ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਵੈਲਕਮ ਟੂ ਮਾਈ ਚੈਨਲ। ਅੱਜ ਆਪਾਂ ਕਲਾਸ ਨੰਬਰ 2 ਕਰਨੀ ਹੈ ਅਕਾਊਂਟਿੰਗ ਫॉर ਕੰਸਾਈਨਮੈਂਟਸ ਦੇ ਅੰਦਰ। यूनिट अपनी फाइनैशियल अकाउंटिंग चल रही है। टॉपिक अज असीं कवर करना है कंसाइनमेंट अकाउंट्स। कंसाइनमेंट अकाउंट्स नूं बनाउण वास्ते दो तरीके ने। पहला है अकाउंटिंग ट्रीटमेंट इन द बुक ऑफ कंसाइनर कि कंसाइनर अपनी बुक्स दे विच अकाउंटिंग ट्रांसैक्शनस नूं रिकॉर्ड करेगा। फिर आंदा है अकाउंटिंग ट्रीटमेंट इन द बुक ऑफ कंसाइनी, कंसाइनी अपनी बुक दे विच अकाउंटिंग ट्रीटमेंट करेगा। पहला आपां पढ़ना है कि कंसाइनर किद्दां बुक्स दे विच अपनी ट्रांसैक्शनस नूं रिकॉर्ड करेगा। ਇਹਦੇ ਵਿੱਚ ਕੁਐਸਚਨਸ ਕਿੱਦਾਂ ਦੇ ਬਣੂਗੇ, ਤੁਹਾਨੂੰ ਇੱਦਾਂ ਪੁੱਛਿਆ ਜਾਏਗਾ ਕੁਝ ਪਾਰਟਿਕੂਲਰ ਸਿਚੁਏਸ਼ਨ ਦੇ ਕੇ ਕਿ ਇਸ ਕੇਸ ਦੇ ਵਿੱਚ ਕਿਹੜਾ ਅਕਾਊਂਟ ਡੈਬਿਟ ਹੋਏਗਾ, ਕਿਹੜਾ ਅਕਾਊਂਟ ਕ੍ਰੈਡਿਟ ਹੋਏਗਾ। ਇਹਦੇ ਲਈ ਤੁਹਾਨੂੰ ਸਾਰੀ ਜਰਨਲ ਐਂਟਰੀਜ਼ ਪਤਾ ਹੋਣੀ ਚਾਹੀਦੀ, ਉਹਦੇ ਪਿੱਛੇ ਦੇ ਰੂਲਸ ਪਤਾ ਹੋਣੇ ਚਾਹੀਦੇ। ਸੋ ਸਟਾਰਟ ਕਰਦੇ ਹਾਂ। ਪਹਿਲੀ ਜਰਨਲ ਐਂਟਰੀ ਯਾਦ ਰੱਖਣਾ, ਹੁਣ ਆਪਾਂ ਕਰ ਰਹੇ ਹਾਂ ਕੰਸਾਈਨਰ ਦੀ ਬੁੱਕ ਦੇ ਵਿੱਚ। ਪਹਿਲੀ ਜਰਨਲ ਐਂਟਰੀ ਹੈ ਸਾਡੇ ਕੋਲ ਕਿ ਜਦੋਂ ਗੁੱਡਸ ਦਿੱਤੇ ਗਏ ਹੈ ਕੰਸਾਈਨੀ ਨੂੰ ਔਨ ਕੰਸਾਈਨਮੈਂਟ, ਕੰਸਾਈਨੀ ਨੂੰ ਕੰਸਾਈਨਮੈਂਟ ਦੇ ਪਰਪਸ ਵਾਸਤੇ ਗੁੱਡਸ ਭੇਜੇ ਗਏ ਹੈ। ਇਹਦੀ ਜਰਨਲ ਐਂਟਰੀ ਕੀ ਹੋਏਗੀ? ਕੰਸਾਈਨਮੈਂਟ ਟੂ। ਇੱਥੇ ਮੈਂ ਦੱਸਦੀ ਹਾਂ ਡੈਸ਼ ਤੇ ਕੀ ਆਣਾ ਹੈ, ਪਹਿਲਾਂ ਇੰਨਾ ਸਮਝੋ। ਅਗਰ ਗੁੱਡਸ ਭੇਜੇ ਗਏ ਹੈ ਕੰਸਾਈਨਰ ਵੱਲੋਂ ਕੰਸਾਈਨੀ ਨੂੰ, ਉਹਦੀ ਜਰਨਲ ਐਂਟਰੀ ਕੀ ਹੋਏਗੀ? ਕੰਸਾਈਨਮੈਂਟ ਅਕਾਊਂਟ ਡੈਬਿਟ ਟੂ ਗੁੱਡ ਸੈਂਟ ਔਨ ਕੰਸਾਈਨਮੈਂਟ ਅਕਾਊਂਟ। ਠੀਕ ਹੈ, ਹੁਣ ਇਹਦੇ ਪਿੱਛੇ ਦਾ ਰੂਲ ਸਮਝੋ। ਸਭ ਤੋਂ ਪਹਿਲਾਂ ਇਹ ਦੇਖੋ, ਜਿਹੜਾ ਸਾਡਾ ਕੰਸਾਈਨਮੈਂਟ ਅਕਾਊਂਟ ਹੈ ਉਹ ਕੀ ਹੈ? ਨੋਮੀਨਲ ਅਕਾਊਂਟ ਹੈ। ਤੇ ਨੋਮੀਨਲ ਅਕਾਊਂਟ ਦਾ ਰੂਲ ਕੀ ਹੁੰਦਾ ਹੈ? ਡੈਬਿਟ ਦੇ ਵਿੱਚ ਸਾਰੇ ਐਕਸਪੈਂਸਿਸ ਔਰ ਲੋਸਿਸ ਪਾਏ ਜਾਂਦੇ, ਜਾਂ ਜਿੰਨੀ ਵੀ ਕੋਸਟ ਹੈ, ਔਰ ਕ੍ਰੈਡਿਟ ਦੇ ਵਿੱਚ ਜਿੰਨੀ ਵੀ ਇਨਕਮ ਹੈ, ਰੈਵਨਿਊ ਹੈ ਔਰ ਗੇਨ ਹੈ ਉਹ ਪਾਏ ਜਾਂਦੇ। ਇਹ ਅਕਾਊਂਟਿੰਗ ਰੂਲ ਹੁੰਦਾ ਹੈ ਨੋਮੀਨਲ ਅਕਾਊਂਟ ਦਾ। ਕੰਸਾਈਨਮੈਂਟ ਅਕਾਊਂਟ ਇੱਥੇ ਡੈਬਿਟ ਕਿਉਂ ਕੀਤਾ ਗਿਆ? ਕਿਉਂਕਿ ਜੋ ਗੁੱਡਸ ਕੰਸਾਈਨਰ ਨੇ ਕੰਸਾਈਨੀ ਨੂੰ ਭੇਜੇ ਹੈ, ਹਜੇ ਸੇਲ ਨਹੀਂ ਹੋਈ, ਸੇਲ ਦੇ ਪਰਪਸ ਲਈ ਭੇਜੇ ਹੈ, ਪਰ ਕੰਸਾਈਨਰ ਦੀ ਤਾਂ ਕੁਛ ਲਾਗਤ ਲੱਗੀ ਹੋਏਗੀ ਨਾ ਉਸ ਗੁੱਡਸ ਨੂੰ ਬਣਾਉਣ ਵਾਸਤੇ ਜਾਂ ਉਸ ਗੁੱਡਸ ਨੂੰ ਪਰਚੇਸ ਕਰਨ ਵਾਸਤੇ। ਤਾਂ ਜਿਹੜੇ ਗੁੱਡਸ ਹਜੇ ਭੇਜੇ ਗਏ ਨੇ ਕੰਸਾਈਨੀ ਨੂੰ ਕੰਸਾਈਨਮੈਂਟ ਵਾਸਤੇ, ਉਹ ਗੁੱਡਸ ਨੂੰ ਟਰੀਟ ਕੀਤਾ ਜਾਂਦਾ ਹੈ ਕੋਸਟ ਆਫ ਗੁੱਡਸ। ਤਾਂ ਨੋਮੀਨਲ ਅਕਾਊਂਟ ਦੇ ਵਿੱਚ ਜਿੰਨੇ ਵੀ ਕੋਸਟ, ਜਿੰਨੇ ਵੀ ਐਕਸਪੈਂਸਿਸ, ਜਿੰਨੇ ਵੀ ਲੋਸਿਸ ਔਰ ਡੈਬਿਟ ਦੇ ਵਿੱਚ ਆਉਂਦੇ, ਇਸ ਕਰਕੇ ਕੰਸਾਈਨਮੈਂਟ ਅਕਾਊਂਟ ਨੂੰ ਡੈਬਿਟ ਕੀਤਾ ਗਿਆ। ਦੂਜਾ ਦੇਖੋ, ਕ੍ਰੈਡਿਟ ਕਿਉਂ ਕੀਤਾ ਗਿਆ ਗੁੱਡ ਸੈਂਟ ਔਨ ਕੰਸਾਈਨਮੈਂਟ ਅਕਾਊਂਟ? ਕਿਉਂਕਿ ਕੰਸਾਈਨਰ ਵੱਲੋਂ ਭੇਜੇ ਜਾ ਰਹੇ ਹੈ ਗੁੱਡਸ, ਉਹਦੇ ਆਪਣੇ ਇਨਵੈਂਟਰੀ ਦੇ ਵਿੱਚੋਂ ਜਾ ਰਹੇ, ਕੰਸਾਈਨਰ ਦੇ ਇਨਵੈਂਟਰੀ ਦੇ ਵਿੱਚੋਂ ਗੁੱਡਸ ਡਿਕਰੀਜ਼ ਹੋ ਰਹੇ। ਕ੍ਰੈਡਿਟ ਵਟ ਗੋਜ਼ ਆਊਟ, ਬਿਜ਼ਨਸ ਦੇ ਵਿੱਚੋਂ ਬਾਹਰ ਜਾ ਰਹੇ ਸੇਲ ਦੇ ਪਰਪਸ ਲਈ, ਇਸ ਕਰਕੇ ਉਹਨੂੰ ਆਪਾਂ ਕ੍ਰੈਡਿਟ ਕੀਤਾ। ਅੱਗੇ ਕ੍ਰੈਡਿਟ ਦਾ ਰੂਲ ਵੀ ਮੈਂ ਲਿਖਿਆ ਹੈ, ਕ੍ਰੈਡਿਟ ਵਟ ਗੋਜ਼ ਆਊਟ, ਗੁੱਡਸ ਜਾ ਰਹੇ ਹੈ ਬਿਜ਼ਨਸ ਤੋਂ ਬਾਹਰ, ਇਸ ਕਰਕੇ ਆਪਾਂ ਉਹਨੂੰ ਕ੍ਰੈਡਿਟ ਕੀਤਾ। ਆਈ ਹੋਪ ਤੁਹਾਨੂੰ ਇਹਦਾ ਰੂਲ ਪਤਾ ਚੱਲ ਗਿਆ ਹੈ। ਯਾਦ ਰੱਖਣਾ ਕੰਸਾਈਨਮੈਂਟ ਅਕਾਊਂਟ ਕੀ ਹੈ? ਨੋਮੀਨਲ ਅਕਾਊਂਟ ਹੈ। ਨੋਮੀਨਲ ਅਕਾਊਂਟ ਦਾ ਰੂਲ ਹੁੰਦਾ ਡੈਬਿਟ, ਜਿੰਨੇ ਵੀ ਕੰਸਾਈਨਮੈਂਟ ਦੇ ਵਾਸਤੇ ਜਿੰਨੇ ਵੀ ਖਰਚੇ ਹੋਊਗੇ, ਜਿੰਨੇ ਵੀ ਲੋਸਿਸ ਹੋਗੇ ਉਹ ਡੈਬਿਟ ਕੀਤੇ ਜਾਊਗੇ। ਕੰਸਾਈਨਮੈਂਟ ਦੇ ਰਿਲੇਟਡ ਜਿੰਨੇ ਵੀ ਇਨਕਮ ਜਾਂ ਫਿਰ ਗੇਨਸ ਹੋਗੀ ਉਹ ਸਾਰੀ ਦੀ ਸਾਰੀ ਕ੍ਰੈਡਿਟ ਕੀਤੀ ਜਾਏਗੀ। ਇਟ ਰਿਕਾਰਡਸ ਐਕਸਪੈਂਸਿਸ ਐਂਡ ਲੋਸਿਸ ਰਿਲੇਟਡ ਟੂ ਕੰਸਾਈਨਮੈਂਟਸ, ਇਸ ਕਰਕੇ ਇਹਨੂੰ ਆਪਾਂ ਡੈਬਿਟ ਕੀਤਾ ਹੈ। COG ਬਣ ਕੇ, ਕੋਸਟ ਆਫ ਗੁੱਡਸ ਬਣ ਕੇ ਉਹਨੂੰ ਆਪਾਂ ਡੈਬਿਟ ਕਰ ਰਹੇ ਹਾਂ। ਨੈਕਸਟ ਦੇਖੋ, ਹੁਣ ਜਿੱਥੇ ਮੈਂ ਡੈਸ਼ 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 ਪਾਇਆ ਹੈ, ਦੇਖੋ ਆਹ ਵਾਲੀ ਐਂਟਰੀ ਦੇ ਵਿੱਚ ਕਿ ਕੰਸਾਈਨਮੈਂਟ ਟੂ ਡੈਸ਼ ਡੈਸ਼ ਡੈਸ਼, ਹੁਣ ਉੱਥੇ ਕਿਉਂ ਮੈਂ ਖਾਲੀ ਛੱਡਿਆ ਉਹਦਾ ਪਰਪਸ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਇਫ ਗੁੱਡਸ ਆਰ ਕੰਸਾਈਨ ਟੂ ਮੈਨੀ ਕੰਸਾਈਨੀ ਐਟ ਡਿਫਰੈਂਟ ਪਲੇਸਿਸ, ਹੁਣ ਇਹ ਚੀਜ਼ ਵੀ ਪੋਸੀਬਲ ਹੈ ਕਿ ਇੱਕ ਤੋਂ ਜ਼ਿਆਦਾ ਕੰਸਾਈਨੀ ਹੋਣ। ਤਾਂ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਇਹਦੇ ਵਿੱਚ ਫਿਕਸ ਹੈ ਨੰਬਰ ਆਫ ਕੰਸਾਈਨੀ ਜਾਂ ਨਹੀਂ, ਤਾਂ ਫਿਕਸ ਨਹੀਂ ਹੈ, ਕਿੰਨੇ ਵੀ ਹੋ ਸਕਦੇ, ਕੰਸਾਈਨਰ ਦੀ ਮਰਜ਼ੀ ਹੈ ਉਹ। ਠੀਕ ਹੈ, ਜੇ ਤਾਂ ਗੁੱਡਸ ਨੂੰ ਬਹੁਤ ਸਾਰੇ ਕੰਸਾਈਨੀ ਨੂੰ ਭੇਜਿਆ ਜਾ ਰਿਹਾ ਅਲੱਗ-ਅਲੱਗ ਜਗ੍ਹਾਵਾਂ ਦੇ ਉੱਤੇ। ਮੰਨ ਲਓ ਮੈਂ ਲੁਧਿਆਣੇ ਤੋਂ ਪਹਿਲਾਂ ਭੇਜਿਆ ਅੰਮ੍ਰਿਤਸਰ, ਫਿਰ ਮੈਂ ਲੁਧਿਆਣੇ ਤੋਂ ਭੇਜ ਰਹੀ ਹਾਂ ਪਟਿਆਲਾ, ਫਿਰ ਮੈਂ ਲੁਧਿਆਣੇ ਤੋਂ ਭੇਜ ਰਹੀ ਹਾਂ ਮੋਹਾਲੀ, ਫਿਰ ਮੈਂ ਲੁਧਿਆਣੇ ਤੋਂ ਭੇਜ ਰਹੀ ਹਾਂ ਸੂਰਤ। ਬਹੁਤ ਸਾਰੀਆਂ ਜਗ੍ਹਾਵਾਂ 'ਤੇ ਅਲੱਗ-ਅਲੱਗ ਕੰਸਾਈਨੀ ਬੈਠੇ ਹੈ ਜਿਨ੍ਹਾਂ ਨੂੰ ਮੈਂ ਸਮਾਨ ਭੇਜ ਰਹੀ ਹਾਂ। ਇਸ ਕਰਕੇ ਇਹਨਾਂ ਵਾਸਤੇ ਆਪਾਂ ਕੀ ਕਰਦੇ ਹੁੰਦੇ ਹਾਂ, ਸੈਪਰੇਟ ਕੰਸਾਈਨਮੈਂਟ ਅਕਾਊਂਟ ਓਪਨ ਕਰਦੇ ਹਾਂ ਹਰ ਇੱਕ ਕੰਸਾਈਨਮੈਂਟ ਵਾਸਤੇ। ਅੰਮ੍ਰਿਤਸਰ ਵਾਸਤੇ ਅਲੱਗ ਕੰਸਾਈਨਮੈਂਟ ਅਕਾਊਂਟ ਓਪਨ ਹੋਏਗਾ, ਸੂਰਤ ਵਾਸਤੇ ਅਲੱਗ ਹੋਏਗਾ, ਪਟਿਆਲਾ ਵਾਸਤੇ ਅਲੱਗ ਹੋਏਗਾ। ਈਚ ਕੰਸਾਈਨਮੈਂਟ ਸ਼ੁੱਡ ਬੀ ਡਿਸਟਿੰਗੁਇਸ਼ਡ, ਔਰ ਹਰ ਇੱਕ ਕੰਸਾਈਨਮੈਂਟ ਨੂੰ ਇੱਕ ਦੂਜੇ ਤੋਂ ਅਲੱਗ ਕਰਨ ਵਾਸਤੇ ਅਸੀਂ ਉਹਦੇ ਅੱਗੇ ਉਹਨਾਂ ਦਾ ਨਾਮ ਪਾ ਦੇਵਾਂਗੇ। ਜਿੱਦਾਂ ਮੈਂ ਹੁਣ ਇੱਥੇ ਅਗਰ ਛੱਡਿਆ ਖਾਲੀ, ਇਹਦਾ ਮਤਲਬ ਅਗਰ ਮੈਂ ਅੰਮ੍ਰਿਤਸਰ ਵਿੱਚ ਭੇਜ ਰਹੀ ਹਾਂ ਜਾਂ ਸੂਰਤ ਦੇ ਵਿੱਚ ਭੇਜ ਰਹੀ ਹਾਂ ਤਾਂ ਮੈਂ ਕੀ ਲਿਖੂੰਗੀ? ਕੰਸਾਈਨਮੈਂਟ ਟੂ ਸੂਰਤ ਅਕਾਊਂਟ, ਕਿ ਸੂਰਤ ਵਿੱਚ ਜਾ ਰਹੀ ਹੈ ਉਹ ਕੰਸਾਈਨਮੈਂਟ। ਇੱਦਾਂ ਹੀ ਕੰਸਾਈਨਮੈਂਟ ਟੂ ਪਟਿਆਲਾ ਅਕਾਊਂਟ, ਕਿ ਉਹ ਪਟਿਆਲਾ ਵਿੱਚ ਜਾ ਰਹੀ ਹੈ ਕੰਸਾਈਨਮੈਂਟ। ਇਸ ਕਰਕੇ ਉਹਨਾਂ ਦਾ ਨਾਮ ਪਾ ਕੇ ਉਹਨੂੰ ਆਪਾਂ ਅਲੱਗ ਕਰ ਸਕਦੇ ਹਾਂ। ਪਹਿਲਾ ਪੁਆਇੰਟ ਆ ਹੋ ਗਿਆ। ਦੂਜਾ ਕੀ ਹੈ ਕਿ ਅਗਰ ਇੱਕ ਹੀ ਜਗ੍ਹਾ ਦੇ ਉੱਤੇ ਮੇਰੇ ਅਲੱਗ-ਅਲੱਗ ਕੰਸਾਈਨੀ ਬੈਠੇ ਨੇ, ਕਿ ਅੰਮ੍ਰਿਤਸਰ ਦੇ ਵਿੱਚ ਹੀ ਮੇਰੇ 4 ਕੰਸਾਈਨੀ ਹੈ ਜਿਨ੍ਹਾਂ ਨੂੰ ਮੈਂ ਸਮਾਨ ਭੇਜ ਰਹੀ ਹਾਂ, ਉਹਨਾਂ ਨੂੰ ਕਿੱਦਾਂ ਅਲੱਗ ਕਰੋਗੇ? ਸਿਰਫ ਔਰ ਸਿਰਫ ਉਹਨਾਂ ਦਾ ਨਾਮ ਪਾ ਕੇ। ਦ ਨੇਮ ਆਫ ਦ ਕੰਸਾਈਨੀ ਮੇ ਬੀ ਐਡਡ ਟੂ ਦ ਕੰਸਾਈਨਮੈਂਟ ਅਕਾਊਂਟ।
एग्जाम्पल कंसाइनमेंट टू अरोड़ा अकाउंट, कंसाइनमेंट टू शिवम अकाउंट। हुण इत्थे क्रक्स की है, एक जगह ਦੇ ਉੱਤੇ अलग-अलग ਕੰਸਾਈਨੀ ਵੀ ਹੋ ਸਕਦੇ ਹੈ, अलग-अलग ਜਗ੍ਹਾਵਾਂ ਦੇ ਉੱਤੇ अलग-अलग ਕੰਸਾਈਨੀ ਵੀ ਹੋ ਸਕਦੇ ਹੈ। ਬਸ ਉਹਨਾਂ ਦਾ ਨਾਮ ਪਾ ਕੇ ਪਲੇਸ ਪਾ ਕੇ ਆਪਾਂ ਉਹਨਾਂ ਨੂੰ ਅਲੱਗ ਕਰ ਦੇਵਾਂਗੇ। ਨੈਕਸਟ ਦੇਖੋ ਸੈਕਿੰਡ ਐਂਟਰੀ, ਕੰਸਾਈਨਰ ਦੇ ਐਕਸਪੈਂਸਿਸ ਦੀ ਐਂਟਰੀ ਜੋ ਕੰਸਾਈਨਰ ਨੇ ਬੇਅਰ ਕੀਤੇ ਨੇ। ਉਹਦੇ ਵਾਸਤੇ ਕੀ ਕਰੋਗੇ, ਕੰਸਾਈਨਮੈਂਟ ਅਕਾਊਂਟ ਡੈਬਿਟ ਕਰ ਦੋਗੇ ਟੂ ਕੈਸ਼ ਅਕਾਊਂਟ ਕਰ ਦੋਗੇ। ਸਿੰਪਲ ਜਿੰਨੇ ਵੀ ਐਕਸਪੈਂਸਿਸ ਹੈ ਉਹ ਕੰਸਾਈਨਮੈਂਟ ਅਕਾਊਂਟ ਦੇ ਵਿੱਚ ਡੈਬਿਟ ਹੁੰਦੇ, ਇਸ ਕਰਕੇ ਆਪਾਂ ਕੰਸਾਈਨਮੈਂਟ ਅਕਾਊਂਟ ਡੈਬਿਟ ਕਰਾਂਗੇ। ਤੇ ਟੂ ਕੈਸ਼ ਕਿਉਂਕਿ ਪੇ ਕੀਤਾ ਜਾ ਰਿਹਾ ਹੈ, ਕੈਸ਼ ਡਿਕਰੀਜ਼ ਹੋ ਰਿਹਾ ਹੈ, ਇਸ ਕਰਕੇ ਕੈਸ਼ ਅਕਾਊਂਟ ਨੂੰ ਕ੍ਰੈਡਿਟ ਕਰਾਂਗੇ। रूल देख लो, डेबिट ऑल एक्सपेंसिस एंड लॉसेस क्योंकि कंसाइनमेंट के उत्ते जिन्ने भी एक्सपेंसिस है वो डेबिट हो जाओगे। कंसाइनमेंट अकाउंट की है साडा नॉमिनल अकाउंट। नेक्स्ट है क्रेडिट वट गोज आउट क्योंकि कैश रिड्यूस हो रहा है, बाहर जा रहा है, मैं पेमेंट कर रही हूँ, इस करके कैश अकाउंट या फिर बैंक भी हुंदा तो बैंक अकाउंट भी तुसी क्रेडिट करते। थर्ड केस है साडे कोल फॉर एडवांस गिवन बाय द कंसाइनी। कंसाइनी ਵੱਲੋਂ एडवांस गिवन किया गया है कंसाइनर ਨੂੰ। ਉਹਦੇ ਵਾਸਤੇ ਜਨਰਲ ਐਂਟਰੀ ਕੀ ਹੋਏਗੀ, ਉਹਨੇ ਗੁੱਡਸ ਨੂੰ ਰਿਸੀਵ ਕਰ ਲਿਆ, ਗੁੱਡਸ ਨੂੰ ਰਿਸੀਵ ਕਰਨ ਤੋਂ ਬਾਅਦ ਕੁਝ ਸਿਕਿਉਰਿਟੀ ਤਾਂ ਪੇ ਕਰਨੀ ਪਏਗੀ ਨਾ ਕੰਸਾਈਨੀ ਨੂੰ, ਉਹਨੂੰ ਆਪਾਂ ਐਡਵਾਂਸ ਗਿਵਨ ਬੋਲ ਦਿੰਦੇ ਆ ਬਾय द कंसाइनी। यूजली द कंसाइनी इज रिक्वायर्ड टू रिमिट सर्टेन सम ऑफ मनी ਐਜ਼ ਐਨ ਐਡਵਾਂਸ। ਸਾਈਨੀ ਨੂੰ ਕੁਛ ਐਡਵਾਂਸ ਪੇ ਕਰਨਾ ਪੈਂਦਾ ਐਜ਼ ਅ ਸਿਕਿਉਰਿਟੀ ਕਿ ਤੁਹਾਡਾ ਸਮਾਨ ਮੇਰੇ ਕੋਲ ਪਹੁੰਚ ਗਿਆ ਔਰ ਮੈਂ ਸੇਲ ਦੇ ਪਰਪਸ ਲਈ ਵੇਚੂੰ। ਹੁਣ ਜੇ ਨਾ ਭੇਜੇ ਕੰਸਾਈਨੀ ਐਡਵਾਂਸ ਤਾਂ ਕੰਸਾਈਨੀ ਕਦੇ ਵੀ ਉਹਨੂੰ ਧੋਖਾ ਦੇ ਕੇ ਜਾ ਸਕਦਾ ਹੈ। ਮੰਨ ਲਓ ਉਹਨੇ ਗੁੱਡਸ ਭੇਜਤੇ ਕੰਸਾਈਨਰ ਨੇ ਪਰ ਉਹਨੇ ਐਡਵਾਂਸ ਨਹੀਂ ਸੀ ਭੇਜਿਆ ਹੋਇਆ ਤਾਂ ਉਹਦਾ ਕੀ ਜਾਣਾ, ਉਹਦਾ ਗੁੱਡਸ ਲੈ ਕੇ ਚਲਾ ਜਾਏਗਾ, ਕਿਸੇ ਦੂਸਰੇ ਸ਼ਹਿਰ ਚਲਾ ਜਾਏਗਾ, ਕਿਸੇ ਦੂਸਰੇ ਸਟੇਟ ਦੇ ਵਿੱਚ ਚਲਾ ਜਾਏਗਾ। ਕੰਸਾਈਨਰ ਆਪਣਾ ਨੁਕਸਾਨ ਨੂੰ ਕਿੱਦਾਂ ਕਵਰ ਕਰੇਗਾ, ਇਸ ਕਰਕੇ ਉਹ ਕੰਸਾਈਨੀ ਤੋਂ ਕੁਛ ਐਡਵਾਂਸ ਲੈਂਦਾ ਹੈ ਐਜ਼ ਅ ਸਿਕਿਉਰਿਟੀ ਪਰਪਸ। ਇਹਦੇ ਲਈ ਜਨਰਲ ਐਂਟਰੀ ਕੀ ਹੋ ਜਾਏਗੀ, ਬਿਲਸ ਰਿਸੀਵੇਬਲ ਜਾਂ ਫਿਰ ਬੈਂਕ ਅਕਾਊਂਟ ਟੂ ਕੰਸਾਈਨੀ ਅਕਾਊਂਟ। ਹੁਣ ਇਸ ਐਂਟਰੀ ਦੇ ਪਿੱਛੇ ਦਾ ਰੂਲ ਦੇਖੋ, ਡੈਬਿਟ ਵਟ ਕਮਸ ਇਨ, ਪੈਸਾ ਉਹਨੂੰ ਆ ਰਿਹਾ, ਬਿਲਸ ਰਿਸੀਵੇਬਲ ਉਹਨੂੰ ਆ ਰਹੇ ਨੇ, ਉਹਦੇ ਐਸੈਟਸ ਇਨਕਰੀਜ਼ ਹੋ ਰਹੇ ਆ ਤਾਂ ਰੀਅਲ ਅਕਾਊਂਟ ਦੀ ਵਜ੍ਹਾ ਕਰਕੇ ਆਪਾਂ ਇਹਨੂੰ ਡੈਬਿਟ ਵਟ ਕਮਸ ਇਨ ਕਰਾਂਗੇ। ਠੀਕ ਹੈ, ਹੁਣ ਕੰਸਾਈਨੀ ਨੂੰ ਦੇਣਾ ਪੈ ਰਿਹਾ, ਕੰਸਾਈਨੀ ਨੂੰ ਦੇਣੇ ਪੈ ਰਹੇ ਆ ਪੈਸੇ ਐਜ਼ ਐਨ ਐਡਵਾਂਸ। ਕੰਸਾਈਨੀ ਕੀ ਬਣ ਜਾਏਗਾ ਇੱਥੇ, ਕ੍ਰੈਡਿਟ ਦ ਗਿਵਰ। आई होप ਤੁਹਾਨੂੰ ਸਮਝ ਆ ਗਿਆ। ਹੁਣ ਅੱਗੇ ਹੈ ਥਰਡ ਕੇਸ ਦੇ ਵਿੱਚ ਹੀ ਕੰਸਾਈਨਰ ਹੈ ਉਹ ਬੈਂਕ ਜਾ ਕੇ ਬਿੱਲ ਨੂੰ ਡਿਸਕਾਊਂਟ ਕਰਵਾ ਲੈਂਦਾ ਤਾਂ ਉਸ ਕੇਸ ਦੇ ਵਿੱਚ ਐਂਟਰੀ ਕੀ ਹੋਏਗੀ, ਡਿਸਕਾਊਂਟ ਕਰਵਾਉਣ ਦਾ ਮਤਲਬ ਕੈਸ਼ ਦੇ ਵਿੱਚ ਕਰਵਾ। ਇਫ ਦ ਬਿੱਲ ਇਜ਼ ਡਿਸਕਾਊਂਟਡ ਬਾय ਦ ਕੰਸਾਈਨਰ ਫॉलोइंग ਐਂਟਰੀ ਵਿਲ ਬੀ ਪਾਸਡ। ਠੀਕ ਹੈ, इस केस ਦੇ ਵਿੱਚ ਕਿਹੜੀ ਐਂਟਰੀ ਪਊਗੀ, कैश या फिर बैंक अकाउंट करोगे डेबिट, डिस्काउंट अकाउंट करोगे डेबिट टू बिल्स रिसीवेबल करोगे। कैश या बैंक अकाउंट डेबिट क्यों ਕੀਤਾ, ਕਿਉਂਕਿ ਬੈਂਕ ਦੇ ਵਿੱਚ ਜਾ ਕੇ ਉਹਨੇ ਜਿਹੜਾ ਬਿੱਲ ਹੈ, ਬਿੱਲ ਕੀ ਹੁੰਦਾ, ਬਿਲਸ ਰਿਸੀਵੇਬਲ ਕੀ ਹੈ, ਇੱਕ ਪ੍ਰੋਮਿਸਰੀ ਨੋਟ ਹੈ। ਠੀਕ ਹੈ, ਇੱਕ ਪ੍ਰੋਮਿਸਰੀ ਨੋਟ ਹੈ ਬਣਾ ਕੇ ਦਿੰਦਾ ਹੈ ਕਿ ਮੈਂ ਇਸ ਟਾਈਮ ਤੇ ਤੈਨੂੰ ਆਉਣ ਵਾਲੇ ਟਾਈਮ ਤੇ ਇਸ ਤਰੀਕ ਨੂੰ ਪੈਸੇ ਦੇ ਦੂੰਗਾ। ਜਦੋਂ ਉਹ ਇਹਨੂੰ ਲੈ ਕੇ ਕੰਸਾਈਨਰ ਬੈਂਕ ਦੇ ਵਿੱਚ ਪਹੁੰਚੇਗਾ ਉੱਥੇ ਜਾ ਕੇ ਇਹਨੂੰ ਕੈਸ਼ ਦੇ ਵਿੱਚ ਕਨਵਰਟ ਕਰਵਾਏਗਾ। ਕੈਸ਼ ਕੰਸਾਈਨਰ ਕੋਲ ਆ ਰਿਹਾ ਹੈ ਤਾਂ ਡੈਬਿਟ ਵਟ ਕਮਸ ਇਨ ਹੋ ਜਾਏਗਾ। ਠੀਕ ਹੈ, ਇਸ ਕਰਕੇ ਕੈਸ਼ ਔਰ ਬੈਂਕ ਅਕਾਊਂਟ ਡੈਬਿਟ ਹੋਏਗਾ। ਇੱਥੇ ਡਿਸਕਾਊਂਟ ਅਕਾਊਂਟ ਡੈਬਿਟ ਕਿਉਂ ਕਰ ਰਹੇ ਕਿ ਬਿਲਸ ਰਿਸੀਵੇਬਲ ਮੰਨ ਲਓ 10,000 ਦਾ ਸੀਗਾ, ਉਹਨੇ ਕਿਹਾ ਕਿ ਚੱਲ ਤੂੰ ਮੈਨੂੰ 9800 ਦੇ ਦੇ ਤਾਂ ਉਹਨੇ 200 ਦਾ ਡਿਸਕਾਊਂਟ ਦਿੱਤਾ, ਕੰਸਾਈਨਰ ਨੇ ਕੰਸਾਈਨੀ ਨੂੰ ਡਿਸਕਾਊਂਟ ਦਿੱਤਾ ਤੇ ਕੰਸਾਈਨਰ ਵੱਲੋਂ ਦਿੱਤਾ ਗਿਆ ਡਿਸਕਾਊਂਟ ਕੰਸਾਈਨਰ ਦਾ ਕੀ ਹੈ, ਐਕਸਪੈਂਸ ਹੈ, ਲੋਸ ਹੈ। ਡਿਸਕਾਊਂਟ ਅਕਾਊਂਟ ਨੂੰ ਕੀ ਕਰਾਂਗੇ, ਡੈਬਿਟ ਕਰਾਂਗੇ। ਟੂ ਬਿਲਸ ਰਿਸੀਵੇਬਲ ਅਕਾਊਂਟ ਕਰ ਦੇਵਾਂਗੇ ਕ੍ਰੈਡਿਟ। ਹੁਣ ਇਹਦੇ ਪਿੱਛੇ ਦਾ ਇੱਕ ਵਾਰੀ ਮੈਂ ਰੂਲ ਦੁਬਾਰਾ ਦੱਸ ਰਹੀ, ਡੈਬਿਟ ਵਟ ਕਮਸ ਇਨ ਕਰਕੇ ਆਪਾਂ ਬੈਂਕ ਅਕਾਊਂਟ ਨੂੰ ਡੈਬਿਟ ਕਰ ਦਾਂਗੇ, ਡੈਬਿਟ ਆਲ ਐਕਸਪੈਂਸਿਸ ਐਂਡ ਲੋਸਿਸ ਕਰਕੇ ਡਿਸਕਾਊਂਟ ਅਕਾਊਂਟ ਨੂੰ ਆਪਾਂ ਡੈਬਿਟ ਕਰ ਦਾਂਗੇ ਕਿਉਂਕਿ ਡਿਸਕਾਊਂਟ ਉਹਦਾ ਕੀ ਬਣ ਜਾਏਗਾ, ਐਕਸਪੈਂਸ। ਬਿਲਸ ਰਿਸੀਵੇਬਲ ਨੂੰ ਆਪਾਂ ਕ੍ਰੈਡਿਟ ਕਰਾਂਗੇ ਕਿਉਂਕਿ ਬਿਲਸ ਰਿਸੀਵੇਬਲ ਜਾ ਰਹੇ ਨੇ, ਇਸ ਕਰਕੇ ਆਪਾਂ ਇਹਦਾ ਰੂਲ ਕਰਾਂਗੇ ਕ੍ਰੈਡਿਟ ਵਟ ਗੋਸ ਆਊਟ। ਆਈ ਹੋਪ ਤੁਹਾਨੂੰ ਹੁਣ ਤੱਕ ਸਾਰੀ ਟ੍ਰਾਂਜੈਕਸ਼ਨਸ ਕਲੀਅਰ ਹੈ। ਨੈਕਸਟ ਦੇਖੋ फोर्थ जर्नल एंट्री फॉर कंसाइनी एक्सपेंसिस ऑन द बिहाफ ऑफ कंसाइनर। ठीक है, जो भी कंसाइनी ने एक्सपेंसिस पे किए हैं कंसाइनर के बिहाफ से, कंसाइनर के बुक के किद्दां रिकॉर्ड होंगे, कंसाइनमेंट अकाउंट डेबिट टू कंसाइनी अकाउंट। हुण कंसाइनमेंट अकाउंट डेबिट क्यों किया, रूल तुहानूं पता है, नॉमिनल अकाउंट का रूल की है, डेबिट ऑल एक्सपेंसिस एंड लॉसिस। हुण जिहड़े एक्सपेंसिस कंसाइनी ने कंसाइनर के बिहाफ से पे किए हैं अल्टीमेटली उन्होंने पे किन्ने करना है, कंसाइनर नहीं पे करना है ना, तो वो कंसाइनर के एक्सपेंसिस हो जाओगे, इस करके कंसाइनमेंट अकाउंट करांगे डेबिट। रूल देख लो, डेबिट ऑल एक्सपेंसिस एंड लॉसिस, एक्सपेंसिस आर पार्ट ऑफ कंसाइनमेंट, इस करके उन्होंने आप डेबिट कर देंगे। टू कंसाइनी अकाउंट क्यों करांगे, क्योंकि उस टाइम कंसाइनी ने पे किए हैं कंसाइनर के बिहाफ के उत्ते तो कंसाइनी गिवर बनया उस चीज़ के उत्ते, आ करके टू कंसाइनी अकाउंट की करांगे आप क्रेडिट द गिवर, कंसाइनी पेड द एक्सपेंसिस ऑन द बिहाफ ऑफ कंसाइनर, कंसाइनर के बिहाफ के उत्ते पैसे उन्हें पे किए। नैक्सट देखो फॉर सेल्स बाय कंसाइनी, हुण कंसाइनी ने सेल्स की, ओदी एंट्री की बनेगी, कंसाइनी अकाउंट डेबिट हो जाएगा
टू कंसाइनमेंट अकाउंट हो जाएगा। हुण इत्थे कंसाइनमेंट अकाउंट क्रेडिट क्यों होया, क्योंकि जिन्ने भी इनकम जिन्ने भी रेवेन्यू है वो कंसाइनमेंट अकाउंट दे विच क्रेडिट हुंदे क्योंकि वो नॉमिनल अकाउंट है। इस करके नॉमिनल अकाउंट दे रूल करके आपां कंसाइनमेंट अकाउंट नूं क्रेडिट करता। पर कंसाइनी अकाउंट डेबिट क्यों होया, क्योंकि कंसाइनी की बन गया, कंसाइनर दा डेटर बन गया। उन्हें पैसे लैने है, किदे तो लैने, कंसाइनी तो लैने। मैं तुहानूं दस्सिया सी, आ देखो कंसाइनर ने गुड्स भेजे कंसाइनी नूं सेल दे परपस वास्ते, कंसाइनी ने अगे सेल करते, सेल करके पैसा किदे को आया, कंसाइनी को। पर आ सेल दा पैसा किन्नू पे करना है, इन्हें कंसाइनर नूं पे करना। कंसाइनर वास्ते आ कंसाइनी की बन जाऊगा डेटर, जिन्हां तो पैसा लेना हुंदा है। इस करके कंसाइनर अपनी बुक्स दे विच कंसाइनी अकाउंट नूं डेबिट करेगा डेटर करके। ठीक है, रूल देखो, डेबिट करांगे डेटर, कंसाइनी इज रिस्पोंसिबल टू पे द सेल्स प्रोसीड। जिन्नी भी सेल्स होई होएगी कंसाइनी रिस्पोंसिबल है कंसाइनर नूं पे करन वास्ते। क्रेडिट कर देंगे वही नॉमिनल अकाउंट दे रूल करके, क्योंकि इनकम जी है वो क्रेडिट की जाती है, इस करके आप क्रेडिट कर देंगे। नैक्सट देखो सिक्स्थ एंट्री है साढ़े कोल फॉर कंसाइनी कमीशन। कंसाइनी ने सेल्स की, कंसाइनी दी सेल्स तो बाद कंसाइनी नूं कमीशन मिलेगी। वो कमीशन वास्ते आपां किहड़ी एंट्री पावांगे, कंसाइनमेंट अकाउंट करांगे डेबिट टू कंसाइनी अकाउंट करांगे। कंसाइनमेंट अकाउंट डेबिट क्यों किया जा रहा है, क्योंकि कंसाइनर ने पे किया है तो कंसाइनमेंट दा हो जाएगा वो एक्सपेंस। इस करके कंसाइनमेंट अकाउंट दे विच आपां उहनूं करांगे डेबिट अकॉर्डिंग टू नॉमिनल रूल। डेबिट ऑल एक्सपेंसिस एंड लॉसेस, देयरफॉर वी डेबिट द कंसाइनमेंट अकाउंट। कंसाइनी अकाउंट क्यों क्रेडिट करांगे, क्योंकि क्रेडिट द गिवर। हुण इत्थे कंफ्यूज नहीं होना, क्रेडिट द गिवर क्यों है, क्योंकि कंसाइनी इज द गिवर ऑफ द सर्विस। कंसाइनी ने अपनी कमीशन के बदले अपनी सर्विस दी ना, उन्हें सेल्स की ताही उन्हें कमीशन मिल रही है ना, तो उस सर्विस के करके वो गिवर बन गया, उन्हें अपनी सर्विस दी। ही सोल्ड गुड्स एंड वर्कड फॉर कंसाइनर, कंसाइनर वास्ते उन्हें काम किया। इस करके कंसाइनर हुण लायबल है उन्होंने पैसा देने वास्ते। अकॉर्डिंग टू अकाउंटिंग रूल्स इनू आपां क्रेडिट करांगे, क्योंकि क्रेडिट द गिवर, क्योंकि उन्हें अपनी सर्विस दी है उस पर्टिकुलर काम वास्ते। आई होप तुहानूं ये चीज़ क्लीयर है, कंफ्यूज नहीं होना। कंसाइनी अकाउंट इत्थे इस करके क्रेडिट किया गया क्योंकि वो अपनी सर्विस का गिवर बनया, इस करके क्रेडिट द गिवर। नैक्सट देखो, दैट्स वाई कंसाइनी अकाउंट इज क्रेडिटेड, इट शो लाइबिलिटी पेबल टू हिम। क्रेडिट क्यों किया गया, क्योंकि ये लाइबिलिटी दिखा रहा है कंसाइनर दी कि कंसाइनर ने किनू पे करना है, कंसाइनी नू पे करना है कमीशन। नैक्सट है फॉर द रिमिटेंस फ्रॉम द कंसाइनी इन द सेटलमेंट ऑफ अकाउंट। फॉर द रिमिटेंस वास्ते केड़ी एंट्री आएगी, बैंक अकाउंट बिल्स रिसीवेबल अकाउंट डेबिट किया जाएगा टू कंसाइनी किया जाएगा। इसका रूल की है देखो, डेबिट वट कम्स इन, पैसा किदे कोल जाएगा। हुण देखो सेल्स किने कीतियां, कंसाइनी ने कीतियां। कंसाइनी दोबारा तो कंसाइनर इन्हें गुड्स भेजे कंसाइनी नूं, कंसाइनी ने अगे कर दी सेल, सेल करके पैसा किदे कोल आया, कंसाइनी कोल आया। कंसाइनी इस पैसे दे विचों अपने सारे एक्सपेंसिस माइनस करके, अपनी सारी कमीशन माइनस करके, जिन्ना भी उहदा खर्चा वो माइनस करके, ओहदा पर्सनल खर्चा नहीं, सिर्फ कंसाइनमेंट का खर्चा जो मैं तुहानूं अकाउंट ऑफ सेल्स दिखाया सी ओ वाला सारा, वो सारियां चीज़ां करके, अगर उन्होंने कुछ एडवांस मिले वो भी माइनस करके, जिन्ना नैट अमाउंट बचेगा ना इस सेल्स चो वो भेज दिता जाएगा कंसाइनर नूं कि इन्ना पैसा हुण कंसाइनी ने उन्होंने देना है। इस करके कंसाइनर नूं मिलना है तो ਉਹਦੇ बिल्स रिसीवेबल बन जाओगे, वो हो जाओगे डेबिट, तो कंसाइनी अकाउंट क्रेडिट हो जाएगा क्योंकि क्रेडिट द गिवर, क्योंकि कंसाइनी ने पे करना है। क्रेडिट द गिवर, कंसाइनी पेज द मनी टू द कंसाइनर। आई होप ये भी तुहानूं क्लीयर है। नैक्सट देखो, फॉर द प्रॉफिट और लॉस ऑन कंसाइनमेंट। हुण सारियां चीज़ां हो गई, गुड्स भेजे उहदी एंट्री, एक्सपेंसिस दी एंट्री, कमीशन दी एंट्री, सेल्स दी एंट्री। हुण है प्रॉफिट और लॉस निकालना। अगर कंसाइनमेंट के उत्ते प्रॉफिट हो रहा है तो उसकी एंट्री की पाऊगी, कंसाइनमेंट अकाउंट हो जाएगा डेबिट तो प्रॉफिट एंड लॉस अकाउंट हो जाएगा। हुण प्रॉफिट एंड लॉस अकाउंट क्यों क्रेडिट होया, क्योंकि प्रॉफिट की है मेरा इनकम है, इनकम नूं आपां क्रेडिट करते हैं। लॉस है तो बस पहले केस की रिवर्स एंट्री बन जाएगी, प्रॉफिट एंड लॉस अकाउंट डेबिट हो जाएगा क्योंकि लॉस नूं हमेशा आप डेबिट करते हैं कंसाइनमेंट के उत्ते, टू कंसाइनमेंट अकाउंट हो जाएगा। नैक्सट देखो, फॉर क्लोज ऑफ गुड्स सेंट ऑन कंसाइनमेंट अकाउंट। ठीक है, हुण क्लोजिंग एंट्री कितना पएगी, जो भी गुड्स सेंड किए गए सी कंसाइनमेंट वास्ते करोगे डेबिट टू ट्रेडिंग एंड परचेसेस अकाउंट करोगे। फ्रॉम अबव इट बिकम्स क्लियर द कंसाइनमेंट अकाउंट इज इन फैक्ट स्पेशल ट्रेडिंग एंड प्रॉफिट एंड लॉस अकाउंट। कंसाइनमेंट अकाउंट की एक स्पेशल तरीके का ट्रेडिंग एंड P&L अकाउंट है, वाइल द कंसाइनी अकाउंट इज पर्सनल अकाउंट। तो कंसाइनी अकाउंट की है पर्सनल अकाउंट है। हुण याद रखना कंसाइनमेंट अकाउंट की है नॉमिनल अकाउंट है, कि या फिर आप कह सकते हैं स्पेशल तरीके का कोई ट्रेडिंग और P&L अकाउंट है। कंसाइनी अकाउंट पर्सनल अकाउंट है। क्लोज द एंट्री याद रखना। नैक्सट देखो, अकाउंटिंग ट्रीटमेंट इन द बुक ऑफ कंसाइनी। हुण कंसाइनी अपने बुक्स के विच किद्दां रिकॉर्ड करेगा ऑन रिसिट्स ऑफ गुड्स ऑफ बाय द कंसाइनी।
ਗੁੱਡਸ ਭੇਜੇ ਗਏ ਸੀਗੇ, ਗੁੱਡਸ ਭੇਜੇ ਗਏ ਸੀ ਕੰਜ਼ਾਈਨਰ ਵੱਲੋਂ ਕੰਜ਼ਾਈਨੀ ਨੂੰ, ਠੀਕ ਹੈ। ਕੰਜ਼ਾਈਨਰ ਨੇ ਆਪਣੀ ਬੁੱਕਸ ਦੇ ਵਿੱਚ ਰਿਕਾਰਡ ਕਰ ਲਿਆ, ਬਟ ਇਸ ਕੇਸ ਦੇ ਵਿੱਚ ਕੰਜ਼ਾਈਨੀ ਦੀ ਬੁੱਕ ਦੇ ਵਿੱਚ ਕੋਈ ਵੀ ਐਂਟਰੀ ਨਹੀਂ ਆਏਗੀ, ਕੋਈ ਵੀ ਐਂਟਰੀ ਨਹੀਂ ਆਏਗੀ, ਠੀਕ ਹੈ। नो जर्नल एंट्री इन दिस केस। नोट देख लो एक बारी। कंसाइनी need not make any entry on the receipt of the goods from the consigner because the receipt of the goods does not amount to purchase of goods। ਉਹਨੇ ਸਿਰਫ ਰਿਸੀਵ ਕੀਤਾ, ਇਹਦਾ ਮਤਲਬ ਇਹ ਨਹੀਂ ਕਿ ਉਹਨੇ ਗੁੱਡਸ ਨੂੰ ਪਰਚੇਜ਼ ਕੀਤਾ। ਉਹ ਗੁੱਡਸ ਹੈਗੀ ਕੰਜ਼ਾਈਨਰ ਦੇ, ਜੇ ਉਹ ਕੰਜ਼ਾਈਨਰ ਦੇ ਹੈ ਤਾਂ ਕੰਜ਼ਾਈਨਰ ਹੀ ਰਿਕਾਰਡ ਕਰੇਗਾ ਸਿਰਫ ਔਰ ਸਿਰਫ ਸੇਲ ਪਰਪਸ ਵਾਸਤੇ ਭੇਜੇ ਗਏ ਹੈ। ਇਹਦਾ ਮਤਲਬ ਇਹ ਨਹੀਂ ਕਿ ਕੰਜ਼ਾਈਨੀ ਨੇ ਉਹਨੂੰ ਪਰਚੇਜ਼ ਕੀਤਾ, ਇਸ ਕਰਕੇ ਕੰਜ਼ਾਈਨੀ ਦੇ ਅਕਾਊਂਟ ਦੇ ਵਿੱਚ ਕੋਈ ਐਂਟਰੀ ਨਹੀਂ ਆਊਗੀ। ਐਨੀ ਹਾਊ ਕਹਿੰਦੇ ਫਿਰ ਵੀ ਜਿਹੜਾ ਕੰਜ਼ਾਈਨੀ ਹੈ ਉਹ ਲਾਇਬਲ ਹੋਏਗਾ ਗੁੱਡਸ ਨੂੰ ਰਿਸੀਵ ਕਰਕੇ ਕੰਜ਼ਾਈਨਰ ਵੱਲੋਂ, ਤੇ ਉਹਦਾ ਰਿਕਾਰਡ ਰੱਖੇਗਾ ਐਜ਼ ਅ ਰਿਸਿਟ ਆਫ ਗੁੱਡਸ ਇਨ ਇੱਕ ਬੁੱਕ ਹੈ, ਇੱਕ ਮੈਮੋਰੈਂਡਮ ਬੁੱਕ ਹੈ ਜਿਹਦਾ ਨਾਮ ਹੈ ਇਨਵਰਡ ਕੰਜ਼ਾਈਨਮੈਂਟ ਬੁੱਕ। ਉਹਦੇ ਵਿੱਚ ਇਹਦਾ ਰਿਕਾਰਡ ਰੱਖੇਗਾ, ਆਪਣੀ ਬੁੱਕਸ ਦੇ ਵਿੱਚ ਕੰਜ਼ਾਈਨੀ ਨਹੀਂ ਰਿਕਾਰਡ ਕਰੇਗਾ, ਠੀਕ ਹੈ। ਯਾਦ ਰੱਖਣਾ ਇੰਪੋਰਟੈਂਟ ਟੌਪਿਕ ਬਣਦਾ ਇੱਥੋਂ ਦੀ। ਇੰਪੋਰਟੈਂਟ ਪੁਆਇੰਟ ਹੈ ਕਿ ਜਿਹੜੇ ਗੁੱਡਸ ਸੈਂਡ ਕੀਤੇ ਗਏ ਆ ਕੰਜ਼ਾਈਨਰ ਵੱਲੋਂ, ਜਦੋਂ ਹੁਣ ਕੰਜ਼ਾਈਨੀ ਉਹਨੂੰ ਰਿਸੀਵ ਕਰਨ ਦੀ ਵਾਰੀ ਆਏਗੀ, ਕੰਜ਼ਾਈਨੀ ਉਹਨੂੰ ਆਪਣੀ ਬੁੱਕਸ ਦੇ ਵਿੱਚ ਰਿਕਾਰਡ ਨਹੀਂ ਕਰੇਗਾ, ਜਦਕਿ ਇੱਕ ਅਲੱਗ ਬੁੱਕ ਹੈ ਇਨਵਰਡਸ ਕੰਜ਼ਾਈਨਮੈਂਟ ਬੁੱਕ, ਉਹਦੇ ਵਿੱਚ ਰਿਕਾਰਡ ਕਰੇਗਾ, ਕਿਉਂਕਿ ਉਹ ਇੱਕ ਮੈਮੋਰੈਂਡਮ ਬੁੱਕ ਹੈ, ਟੈਂਪਰੇਰੀ ਬੇਸਿਸ ਵਾਲੀ ਬੁੱਕ ਹੈ, ਫਾਈਨੈਂਸ਼ੀਅਲ ਬੁੱਕ ਨਹੀਂ ਹੈ। ਇਸ ਕਰਕੇ ਇਹਦੇ ਵਿੱਚ ਰਿਕਾਰਡ ਰੱਖ ਸਕਦਾ ਹੋ ਤਾਂ ਕਿ ਉਹਨੂੰ ਪਤਾ ਲੱਗਦਾ ਰਵੇ ਉਹਨੇ ਕਿੰਨੇ ਗੁੱਡਸ ਰਿਸੀਵ ਕੀਤੇ ਸੀਗੇ, ਕਿੰਨੇ ਹੁਣ ਕੀਤੇ, ਕਿੰਨੇ ਬਾਅਦ ਚ ਕੀਤੇ, ਉਹਦਾ ਪੂਰਾ ਰਿਕਾਰਡ ਰੱਖਣ ਵਾਸਤੇ ਇਨਵਰਡ ਕੰਜ਼ਾਈਨਮੈਂਟ ਬੁੱਕ ਦੇ ਵਿੱਚ ਰਿਕਾਰਡ ਕੀਤਾ ਜਾਏਗਾ। ਔਰ ਯਾਦ ਰੱਖਣਾ ਇਹ ਕਿਹੜੀ ਬੁੱਕ ਹੁੰਦੀ ਹੈ, ਮੈਮੋਰੈਂਡਮ ਬੁੱਕ ਹੁੰਦੀ ਹੈ। ਮੈਮੋਰੈਂਡਮ ਦਾ ਮਤਲਬ ਤੁਹਾਨੂੰ ਪਤਾ ਹੈ ਟੈਂਪਰੇਰੀ ਵਾਲੀ ਬੁੱਕ ਹੈ, ਨੋਟ ਫਾਈਨੈਂਸ਼ੀਅਲ ਬੁੱਕ, ਠੀਕ ਹੈ। ਨੈਕਸਟ ਦੇਖੋ, ਫੋਰ ਐਕਸਪੈਂਸਿਸ ਇੰਕਰਡ ਬਾय ਦ ਕੰਜ਼ਾਈਨੀ। ਹੁਣ ਕੰਜ਼ਾਈਨੀ ਨੇ ਜੋ ਵੀ ਐਕਸਪੈਂਸਿਸ ਇੰਕਰ ਕੀਤੇ ਹੈ ਗੁੱਡਸ ਨੂੰ ਰਿਸੀਵ ਕਰਨ ਦੇ ਉੱਤੇ, ਉਹਦੀ ਐਂਟਰੀ ਕੀ ਆਏਗੀ, ਕੰਜ਼ਾਈਨਰ ਅਕਾਊਂਟ ਡੈਬਿਟ ਕਰ ਦੋਗੇ ਟੂ ਕੈਸ਼ ਅਕਾਊਂਟ ਕਰ ਦੋਗੇ। ਕੰਜ਼ਾਈਨਰ ਅਕਾਊਂਟ ਡੈਬਿਟ ਕਿਉਂ ਕੀਤਾ, ਕਿਉਂਕਿ ਪਰਸਨਲ ਅਕਾਊਂਟ ਹੈ ਉਹ ਡੈਬਿਟ ਦਾ ਰਿਸੀਵਰ ਬਣ ਜਾਏਗਾ ਕੰਜ਼ਾਈਨਰ ਅਕਾਊਂਟ। ਉਸ ਤੋਂ ਬਾਅਦ ਹੈ ਕੈਸ਼ ਔਰ ਬੈਂਕ ਨੂੰ ਆਪਾਂ ਕਿਉਂ ਕ੍ਰੈਡਿਟ ਕੀਤਾ, ਕਿਉਂਕਿ ਉਹਦੇ ਵੱਲੋਂ ਪੈਸਾ ਜਾ ਰਿਹਾ, ਉਸ ਟਾਈਮ ਤਾਂ ਕੰਜ਼ਾਈਨੀ ਨੇ ਪੇ ਕੀਤਾ ਨਾ, ਇਸ ਕਰਕੇ ਪੈਸਾ ਉਹਦੇ ਕੋਲੋਂ ਜਾ ਰਿਹਾ, ਉਹਨੇ ਆਪਣਾ ਕੈਸ਼ ਅਕਾਊਂਟ ਕਰ ਦਿੱਤਾ ਕ੍ਰੈਡਿਟ। ਹੁਣ ਇੱਥੇ ਕਨਫਿਊਜ਼ ਹੋਣਗੇ ਬੱਚੇ ਕਿਹਦੇ ਉੱਤੇ, ਕੰਜ਼ਾਈਨਰ ਅਕਾਊਂਟ ਕਿਉਂ ਡੈਬਿਟ ਕੀਤਾ, ਉਹ ਤਾਂ ਪਰਸਨਲ ਅਕਾਊਂਟ ਹੈ, ਡੈਬਿਟ ਦਾ ਰਿਸੀਵਰ, ਕਿ ਐਕਸਪੈਂਸਿਸ ਤਾਂ ਉਹਨੇ ਪੇ ਕੀਤੇ, ਇੱਥੇ ਕੰਜ਼ਾਈਨਰ ਕਿਉਂ ਰਿਸੀਵਰ ਬਣ ਰਿਹਾ। ਹੁਣ ਉਹ ਦੇਖੋ ਇੱਕ ਵਾਰੀ, why consignor account is debited normally if consignee himself incur expenses। अगर कंजाइनी अपने एक्सपेंसिस इंकर कर, एग्जाम्पल कोई ऑफिस एक्सपेंसिस कुछ भी जो ਉਹਦੇ ਪਰਸਨਲ ਹੁੰਦੇ ਤਾਂ ਉਹਨੂੰ ਆਪਾਂ ਐਕਸਪੈਂਸਿਸ ਨੂੰ ਡੈਬਿਟ ਕਰ ਦਿੰਦੇ ਅਕੋਰਡਿੰਗ ਟੂ ਨੋਮੀਨਲ ਰੂਲ। ਪਰ ਇੱਥੇ ਐਕਸਪੈਂਸਿਸ ਕੰਜ਼ਾਈਨੀ ਦੇ ਨਹੀਂ ਹੈ, ਉਹ ਕੰਜ਼ਾਈਨਰ ਦੇ ਐਕਸਪੈਂਸਿਸ, ਬਿਕੋਜ਼ ਗੁੱਡਸ ਬਿਲੋਂਗਸ ਟੂ ਦਾ ਕੰਜ਼ਾਈਨਰ, ਕੰਜ਼ਾਈਨੀ ਓਨਲੀ ਪੇਡ ਔਨ ਹਿਸ ਬਿਹਾਫ, ਉਹਦੇ ਬਿਹਾਫ ਦੇ ਉੱਤੇ ਪੇ ਕੀਤੇ ਹੈ। ਦੇਅਰਫੋਰ ਇੰਸਟੈਡ ਆਫ ਡੈਬਿਟਿੰਗ ਐਕਸਪੈਂਸਿਸ ਅਕਾਊਂਟ, ਇਸ ਕਰਕੇ ਉਹਦੇ ਐਕਸਪੈਂਸਿਸ ਅਕਾਊਂਟ ਨੂੰ ਡੈਬਿਟ ਕਰਨ ਦੇ ਬਜਾਏ ਅਸੀਂ ਕੰਜ਼ਾਈਨਰ ਅਕਾਊਂਟ ਨੂੰ ਡੈਬਿਟ ਕਰਾਂਗੇ ਪਰਸਨਲ ਅਕਾਊਂਟ ਦੇ ਰੂਲ ਦੇ ਉੱਤੇ। ਕਿਉਂ, ਕਿਉਂਕਿ ਇਹੀ ਉਹ ਪਰਸਨ ਹੈ ਜੋ ਉਹਨੂੰ ਵਾਪਿਸ ਕਰੇਗਾ ਪੈਸੇ, ਉਹਦੀ ਸਰਵਿਸ ਦਾ ਤਾਂ ਰਿਸੀਵਰ ਬਣ ਗਿਆ, ਬਟ ਉਹਦੇ ਪੈਸੇ ਤਾਂ ਵਾਪਿਸ ਕਰਨੇ ਹੈ ਨਾ ਉਹਨੇ, ਇਸ ਕਰਕੇ ਉਹਨੂੰ ਆਪਾਂ ਕਰਾਂਗੇ ਡੈਬਿਟ। As personal account rule debit the receiver, here consignor is the receiver of the benefit। ਉਹਨੇ ਉਸ ਬੈਨੀਫਿਟ ਨੂੰ ਰਿਸੀਵ ਕੀਤਾ ਜੋ ਕੰਜ਼ਾਈਨੀ ਨੇ ਕਰਨਾ ਹੈ। ਐਕਸਪੈਂਸਿਸ ਕਿਨੇ ਪੇ ਕੀਤੇ, ਉਹਦੇ ਬਿਹਾਫ ਤੇ ਕੰਜ਼ਾਈਨੀ ਨੇ, ਕੰਜ਼ਾਈਨੀ ਨੂੰ ਉਹ ਪੈਸਾ ਵਾਪਿਸ ਮਿਲੇਗਾ, ਪੈਸਾ ਵਾਪਿਸ ਮਿਲੇਗਾ ਕਿਹਦੇ ਤੋਂ ਮਿਲੇਗਾ, ਕੰਜ਼ਾਈਨਰ ਤੋਂ ਮਿਲੇਗਾ, ਇਸ ਕਰਕੇ ਕੰਜ਼ਾਈਨਰ ਅਕਾਊਂਟ ਡੈਬਿਟ ਕਰ ਰਹੇ। ਨੈਕਸਟ ਦੇਖੋ, ਐਡਵਾਂਸ ਇਫ ਐਨੀ ਗਿਵਨ ਬਾਈ ਕੰਜ਼ਾਈਨੀ ਟੂ ਦ ਕੰਜ਼ਾਈਨਰ। ਅਗਰ ਕੰਜ਼ਾਈਨੀ ਨੇ ਕੋਈ ਐਡਵਾਂਸ ਦੇ ਵਿੱਚ ਪੈਸਾ ਪੇ ਕੀਤਾ ਹੈ ਕੰਜ਼ਾਈਨਰ ਨੂੰ, ਉਸ ਕੇਸ ਦੇ ਵਿੱਚ ਜਰਨਲ ਐਂਟਰੀ ਕੀ ਆਏਗੀ, ਕੰਜ਼ਾਈਨਰ ਅਕਾਊਂਟ ਹੋ ਜਾਏਗਾ ਡੈਬਿਟ टू बिल्स पेबल अकाउंट या फिर बैंक अकाउंट हो जाएगा क्रेडिट। ਹੁਣ ਕੰਜ਼ਾਈਨਰ ਅਕਾਊਂਟ ਡੈਬਿਟ ਕਿਉਂ ਹੋਇਆ, ਕਿਉਂਕਿ ਉਹ ਰਿਸੀਵਰ ਬਣ ਗਿਆ, ਉਹਨੂੰ ਪੈਸਾ ਮਿਲਣਾ ਹੈ। ਬੈਂਕ ਅਕਾਊਂਟ ਕ੍ਰੈਡਿਟ ਕਰ ਰਹੇ ਹਾਂ, ਇਹਦਾ ਮਤਲਬ ਕੀ ਹੈ, ਪੈਸਾ ਉਹਦੇ ਕੋਲੋਂ ਜਾ ਰਿਹਾ, ਕੰਜ਼ਾਈਨੀ ਵੱਲੋਂ ਜਾ ਰਿਹਾ, ਕ੍ਰੈਡਿਟ ਵਟ ਗੋਜ਼ ਆਊਟ। ਪਰ ਅਗਰ ਬਿਲਸ ਪੇਬਲ ਕਰ ਰਹੇ ਹਾਂ, ਬਿਲਸ ਪੇਬਲ ਪਰਸਨਲ ਅਕਾਊਂਟ ਹੈ, ਉਹ ਕ੍ਰੈਡਿਟ ਦਾ ਗਿਵਰ ਬਣ ਜਾਏਗਾ, ਕਿਉਂਕਿ ਪੈਸਾ ਉਹਨੇ ਪੇ ਕਰਨਾ ਹੈ ਕੰਜ਼ਾਈਨਰ ਨੂੰ। ਐਡਵਾਂਸ ਕਿਹਦੇ ਵੱਲੋਂ ਪੇ ਕੀਤਾ ਜਾ ਰਿਹਾ, ਕੰਜ਼ਾਈਨੀ ਵੱਲੋਂ ਕੰਜ਼ਾਈਨਰ ਨੂੰ ਪੇ ਕੀਤਾ ਜਾ ਰਿਹਾ। आई होप ਤੁਹਾਨੂੰ ਸਾਰੀ ਚੀਜ਼ਾਂ ਪਤਾ ਲੱਗ ਗਈਆਂ। ਅਗਰ ਬਿਲਸ ਪੇਬਲ ਹੋਏ ਤਾਂ ਕਿਹੜਾ ਰੂਲ ਅਪਲਾਈ ਹੋ ਰਿਹਾ, ਬੈਂਕ ਜਾਂ ਫਿਰ ਕੈਸ਼ ਹੋਏ ਕਿਹੜਾ ਰੂਲ ਅਪਲਾਈ ਹੋ ਰਿਹਾ। ਨੈਕਸਟ ਦੇਖੋ, ਫॉर ਸੇਲਸ ਬਾय ਦਾ ਕੰਜ਼ਾਈਨੀ। ਹੁਣ ਕੰਜ਼ਾਈਨੀ ਨੇ ਕੁਝ ਸੇਲਸ ਕੀਤੀ, ਉਹਦੇ ਲਈ ਕਿਹੜੀ ਆਪਾਂ ਐਂਟਰੀ ਪਾਵਾਂਗੇ, ਕੈਸ਼ ਅਕਾਊਂਟ ਕਰਾਂਗੇ ਡੈਬਿਟ, ਕਿਉਂਕਿ ਕੈਸ਼ ਰਿਸੀਵ ਹੋਇਆ ਸੇਲਸ ਤੋਂ। ਕੰਜ਼ਾਈਨਮੈਂਟ ਡੈਟਰਸ ਅਕਾਊਂਟ ਕਰਾਂਗੇ ਡੈਬਿਟ ਇਨ ਕੇਸ ਉਸ ਕ੍ਰੈਡਿਟ ਦੇ ਉੱਤੇ, ਜੇ ਤਾਂ ਸੇਲਸ ਕੰਜ਼ਾਈਨੀ ਨੇ ਕ੍ਰੈਡਿਟ ਦੇ ਉੱਤੇ ਕੀਤੀਆਂ ਹੈ, ਉਧਾਰ ਦੇ ਉੱਤੇ ਕੀਤੀਆਂ, ਤਾਂ ਐਂਟਰੀ ਕੀ ਪਾਓਗੇ, ਕੰਜ਼ਾਈਨਮੈਂਟ ਡੈਟਰਸ ਅਕਾਊਂਟ ਕਰ ਦੋਗੇ ਡੈਬਿਟ ਟੂ ਕੰਜ਼ਾਈਨਰ ਅਕਾਊਂਟ ਕਰ ਦੋਗੇ ਕ੍ਰੈਡਿਟ। ਹੁਣ ਕੈਸ਼ ਬੈਂਕ ਤੇ ਡੈਟਰਸ ਅਕਾਊਂਟ ਕਿਉਂ ਡੈਬਿਟ ਹੋਇਆ, ਕਿਉਂਕਿ ਕੈਸ਼ ਹੈ ਰੀਅਲ ਅਕਾਊਂਟ, ਬੈਂਕ ਵੀ ਸਾਡਾ ਕੀ ਹੈ ਰੀਅਲ ਅਕਾਊਂਟ। ਰੀਅਲ ਅਕਾਊਂਟ ਦਾ ਮਤਲਬ ਕੀ ਹੈ, ਡੈਬਿਟ ਵਟ ਕਮਸ ਇਨ।
ਕਿਉਂਕਿ ਪੈਸਾ ਉਹਦੇ ਕੋਲ ਆ ਰਿਹਾ ਸੇਲਸ ਕਰਕੇ। ਉਸ ਤੋਂ ਬਾਅਦ ਹੈ ਡੈਟਰਸ ਅਕਾਊਂਟ ਕਿਉਂ ਕੀਤਾ ਗਿਆ ਹੈ, ਡੈਬਿਟ ਪਰਸਨਲ ਅਕਾਊਂਟ ਹੈ, ਡੈਬਿਟ ਦ ਰਿਸੀਵਰ, ਇਸ ਕਰਕੇ ਉਹਨੂੰ ਆਪਾਂ ਕੀ ਕੀਤਾ ਹੈ, ਡੈਬਿਟ ਕੀਤਾ ਹੈ, ਕਿਉਂਕਿ ਉਹਦੇ ਤੋਂ ਪੈਸੇ ਆਣਗੇ। ਕ੍ਰੈਡਿਟ ਸੇਲਸ ਤੋਂ ਪੈਸਾ ਆਣਾ ਹੈ, ਡੈਟਰਸ ਬਣ ਗਏ ਮੇਰੇ, ਡੈਟਰਸ ਹਮੇਸ਼ਾ ਡੈਬਿਟ ਹੋਣਗੇ। ਕੰਸਾਈਨਰ ਅਕਾਊਂਟ ਕ੍ਰੈਡਿਟ ਕਿਉਂ ਹੋਇਆ, ਉਹ ਪਰਸਨਲ ਅਕਾਊਂਟ ਹੈ। ਕੰਸਾਈਨਰ ਕ੍ਰੈਡਿਟ ਦ ਗਿਵਰ ਬਿਕੋਜ਼ ਅਮਾਊਂਟ ਡਿਊ ਟੂ ਹਿਮ, ਉਹਨੂੰ ਪੈਸਾ ਮਿਲਣਾ ਹੈ, ਕੰਸਾਈਨਰ ਨੂੰ ਪੈਸਾ ਮਿਲਣਾ ਹੈ ਕੰਸਾਈਨੀ ਵੱਲੋਂ, ਇਸ ਕਰਕੇ ਉਹਨੂੰ ਆਪਾਂ ਕੀ ਕੀਤਾ, ਕ੍ਰੈਡਿਟ ਕੀਤਾ। ਫॉर ਕਮਿਸ਼ਨ ਔਨ ਸੇਲਸ, ਇੱਥੇ ਸੀਜ਼ ਨਹੀਂ ਆਣਾ, ਸੇਲਸ ਹੈ, ਠੀਕ ਹੈ। ਸੇਲਸ ਦੇ ਉੱਤੇ ਅਗਰ ਉਹਨੂੰ ਕੋਈ ਕਮਿਸ਼ਨ ਮਿਲੀ ਹੈ, ਕੰਸਾਈਨਰ ਅਕਾਊਂਟ ਕਰੋਗੇ ਡੈਬਿਟ, ਟੂ ਕਮਿਸ਼ਨ ਅਰਨਡ ਅਕਾਊਂਟ ਕਰ ਦੋਗੇ। ਹੁਣ ਇੱਥੇ ਕਿਹੜਾ ਅਕਾਊਂਟ ਓਪਨ ਹੋਏਗਾ, ਕਮਿਸ਼ਨ ਅਰਨਡ ਅਕਾਊਂਟ ਓਪਨ ਹੋਏਗਾ। ਰੂਲ ਦੇਖੋ, ਕੰਸਾਈਨਰ ਪਰਸਨਲ ਅਕਾਊਂਟ ਹੈ, ਡੈਬਿਟ ਦ ਰਿਸੀਵਰ ਕਰਕੇ ਬਿਕੋਜ਼ ਹੀ ਆਫਸ ਦ ਕਮਿਸ਼ਨ। ਕੰਸਾਈਨੀ ਨੇ ਆਪਣੀ ਸਰਵਿਸ ਰੈਂਡਰ ਕੀਤੀ ਹੈ ਕੰਸਾਈਨਰ ਨੂੰ, ਤਾਂ ਕੰਸਾਈਨਰ ਇਹਦੀ ਸਰਵਿਸ ਦਾ ਕੀ ਬਣਿਆ, ਰਿਸੀਵਰ ਬਣਿਆ, ਤੇ ਹੁਣ ਉਸ ਸਰਵਿਸ ਦੇ ਬਦਲੇ ਕੰਸਾਈਨਰ ਨੇ ਕੰਸਾਈਨੀ ਨੂੰ ਪੈਸਾ ਵਾਪਸ ਕਰਨਾ ਹੈ, ਆਫਸ ਦਾ ਮਨੀ, ਇਸ ਕਰਕੇ ਕੰਸਾਈਨਰ ਅਕਾਊਂਟ ਡੈਬਿਟ ਹੋ ਜਾਏਗਾ। ਕਮਿਸ਼ਨ ਅਕਾਊਂਟ ਕਿਉਂ ਕ੍ਰੈਡਿਟ ਹੋਏਗਾ, ਕਮਿਸ਼ਨ ਅਕਾਊਂਟ ਨੋਮੀਨਲ ਅਕਾਊਂਟ ਹੈ, ਕ੍ਰੈਡਿਟ ਆਲ ਇਨਕਮ ਐਂਡ ਗੇਨ, ਕਮਿਸ਼ਨ ਕੰਸਾਈਨੀ ਦੀ ਇਨਕਮ ਹੈ, ਇਸ ਕਰਕੇ ਉਹ ਉਹਨੂੰ ਕ੍ਰੈਡਿਟ ਕਰੇਗਾ। ਕੰਸਾਈਨਰ ਇਜ਼ ਲਾਈਕ ਡੈਟਰ, ਕੰਸਾਈਨਰ ਕੀ ਬਣ ਜਾਏਗਾ, ਡੈਟਰ ਬਣ ਜਾਏਗਾ। ਕਿਹਦਾ ਡੈਟਰ ਬਣ ਜਾਏਗਾ, ਕੰਸਾਈਨੀ ਦਾ, ਕਿਉਂਕਿ ਕੰਸਾਈਨੀ ਨੂੰ ਪੈਸਾ ਮਿਲਣਾ ਹੈ ਕਮਿਸ਼ਨ ਦਾ, ਬਿਕੋਜ਼ ਹੀ ਹੈਜ਼ ਟੂ ਪੇ ਦ ਕਮਿਸ਼ਨ ਟੂ ਦ ਕੰਸਾਈਨੀ, ਇਸ ਕਰਕੇ ਕੰਸਾਈਨਰ ਅਕਾਊਂਟ ਨੂੰ ਆਪਾਂ ਪਰਸਨਲ ਰੂਲ ਦੇ ਅਕੋਰਡਿੰਗ, ਕੰਸਾਈਨਰ ਇਜ਼ ਦ ਰਿਸੀਵਰ ਆਫ ਦ ਸਰਵਿਸ, ਕੰਸਾਈਨਰ ਕੰਸਾਈਨੀ ਦੀ ਸਰਵਿਸ ਦਾ ਰਿਸੀਵਰ ਬਣਿਆ, ਸੈਲਿੰਗ ਐਫਰਟਸ ਦਾ ਰਿਸੀਵਰ ਬਣਿਆ, ਇਸ ਕਰਕੇ ਉਹਨੂੰ ਆਪਾਂ ਡੈਬਿਟ ਕਰਾਂਗੇ ਕਿ ਉਹਨੂੰ ਪੈਸਾ ਦੇਣਾ ਹੈ, ਕਿ ਕੰਸਾਈਨਰ ਨੇ ਕੰਸਾਈਨੀ ਨੂੰ ਪੈਸਾ ਦੇਣਾ ਹੈ। ਨੈਕਸਟ ਦੇਖੋ, ਬੈਡ ਡੈਟਸ ਵਾਸਤੇ ਅਗਰ ਕੋਈ ਬੈਡ ਡੈਟਸ ਹੋ ਗਏ, ਇਹਦਾ ਮਤਲਬ ਕਿ ਡੈਟਰਸ ਨੇ ਪੈਸਾ ਨਹੀਂ ਦਿੱਤਾ, ਤਾਂ ਇਫ ਦ ਕੰਸਾਈਨੀ ਡਜ਼ ਨੋਟ ਗੈਟ ਦ ਡੈਲਕੈਟਰੀ ਕਮਿਸ਼ਨ, ਅਗਰ ਉਹਨੂੰ ਡੈਲਕੈਟਰੀ ਕਮਿਸ਼ਨ ਨਹੀਂ ਮਿਲ ਰਹੀ, ਤਾਂ ਉਸ ਕੇਸ ਦੇ ਵਿੱਚ ਜਰਨਲ ਐਂਟਰੀ ਕੀ ਬਣੇਗੀ, ਕੰਸਾਈਨਰ ਅਕਾਊਂਟ ਡੈਬਿਟ ਕਰੋਗੇ ਟੂ ਕੰਸਾਈਨਮੈਂਟ ਡੈਟਰ ਅਕਾਊਂਟ ਕ੍ਰੈਡਿਟ ਕਰੋਗੇ। ਕੰਸਾਈਨਰ ਅਕਾਊਂਟ ਕਿਉਂ ਕਰੋਗੇ ਡੈਬਿਟ, ਕਿਉਂਕਿ ਹੁਣ ਇਸ ਕੇਸ ਦੇ ਵਿੱਚ ਉਹਨੂੰ ਡੈਲਕੈਟਰੀ ਕਮਿਸ਼ਨ ਨਹੀਂ ਮਿਲ ਰਹੀ। ਡੈਲਕੈਟਰੀ ਕਮਿਸ਼ਨ ਬੈਡ ਡੈਟਸ ਦੇ ਉੱਤੇ ਦਿੱਤੀ ਜਾਂਦੀ ਹੈ, ਇਹਦਾ ਮਤਲਬ ਬੈਡ ਡੈਟਸ ਦਾ ਜਿਹੜਾ ਨੁਕਸਾਨ ਹੈ ਕੌਣ ਭੁਗਤੇਗਾ, ਕੰਸਾਈਨੀ ਭੁਗਤੇਗਾ। ਪਰ ਹੁਣ ਇੱਥੇ ਕੀ ਹੈ, ਡਜ਼ ਨੋਟ, ਇਹਦਾ ਮਤਲਬ ਕਿ ਬੈਡ ਡੈਟਸ ਦਾ ਸਾਰਾ ਨੁਕਸਾਨ ਕੌਣ ਭੁਗਤੇਗਾ, ਕੰਸਾਈਨਰ ਹੁਣ ਆਪ ਭੁਗਤੇਗਾ, ਇਸ ਕਰਕੇ ਕੰਸਾਈਨਰ ਅਕਾਊਂਟ ਨੂੰ ਕਰਾਂਗੇ ਡੈਬਿਟ, ਟੂ ਕੰਸਾਈਨਮੈਂਟ ਡੈਟਰ ਅਕਾਊਂਟ ਕਰਾਂਗੇ ਕ੍ਰੈਡਿਟ। ਕੰਸਾਈਨਰ ਇਜ਼ ਦਾ ਵਨ ਹੂ ਬੇਅਰਸ ਦ ਲੋਸ, ਹੁਣ ਕੰਸਾਈਨਰ ਉਸ ਚੀਜ਼ ਦਾ ਲੋਸ ਬੇਅਰ ਕਰੇਗਾ, ਇਸ ਕਰਕੇ ਕੰਸਾਈਨਰ ਅਕਾਊਂਟ ਕੀਤਾ ਡੈਬਿਟ। ਡੈਟਰਸ ਕੀ ਹੈ ਮੇਰੇ, ਪਰਸਨਲ ਅਕਾਊਂਟ ਹੈ, ਸੋ ਵੀ ਕਲੋਜ਼ ਦਾ ਅਕਾਊਂਟ ਬਾय ਕ੍ਰੈਡਿਟ ਇਟ। ਹੁਣ ਡੈਟਰਸ ਮੇਰੇ ਘੱਟ ਹੋ ਗਏ, ਪਹਿਲਾਂ ਮੇਰੇ ਜ਼ਿਆਦਾ ਸੀ, ਹੁਣ ਡੈਟਰਸ ਨੇ ਮੈਨੂੰ ਪੈਸਾ ਨਹੀਂ ਦਿੱਤਾ, ਬੈਡ ਡੈਟਸ ਹੋ ਗਏ। ਡੈਟਰਸ ਨੂੰ ਡਿਕਰੀਜ਼ ਕਰਨ ਵਾਸਤੇ ਅਸੀਂ ਟੂ ਕੰਸਾਈਨਮੈਂਟ ਡੈਟਰ ਅਕਾਊਂਟ ਕਰ ਦਾਂਗੇ ਕ੍ਰੈਡਿਟ। ਦੂਜੀ ਚੀਜ਼ ਹੈ ਕਿ ਅਗਰ ਡੈਲਕੈਟਰੀ ਕਮਿਸ਼ਨ ਮਿਲ ਰਹੀ ਹੈ, ਤਾਂ ਸਾਰਾ ਦਾ ਸਾਰਾ ਨੁਕਸਾਨ ਹੈ ਕੌਣ ਲਊਗਾ, ਉਹ ਲਊਗਾ ਕੰਸਾਈਨੀ। ਕੰਸਾਈਨੀ ਲਊਗਾ ਤਾਂ ਕੰਸਾਈਨੀ ਆਪਣੀ ਬੁੱਕਸ ਦੇ ਵਿੱਚ ਬੈਡ ਡੈਟਸ ਅਕਾਊਂਟ ਡੈਬਿਟ ਕਰੇਗਾ, ਟੂ ਕੰਸਾਈਨਮੈਂਟ ਡੈਟਰ ਅਕਾਊਂਟ ਕਰੇਗਾ, ਠੀਕ ਹੈ। ਬੈਡ ਡੈਟਸ ਕੌਣ ਹੁਣ ਭੁਗਤੇਗਾ, ਕੰਸਾਈਨੀ ਭੁਗਤੇਗਾ, ਕੰਸਾਈਨਰ ਨਹੀਂ। ਨੈਕਸਟ ਹੈ ਰੈਮਿਟੈਂਸ ਸੈਂਡ ਟੂ ਦ ਕੰਸਾਈਨਰ ਇਨ ਦ ਫਾਈਨਲ ਸੈਟਲਮੈਂਟ ਆਫ ਹਿਸ ਅਕਾਊਂਟ। ਹੁਣ ਜੋ ਰੈਮਿਟੈਂਸ ਭੇਜੀ ਜਾਏਗੀ, ਨੈਟ ਬੈਲੈਂਸ ਕੰਸਾਈਨੀ ਆਪਣੇ ਬੁੱਕ ਦੇ ਵਿੱਚ ਕਿੱਦਾਂ ਪਾਊਗਾ, ਕੰਸਾਈਨਰ ਅਕਾਊਂਟ ਡੈਬਿਟ ਕਰਕੇ ਟੂ ਬਿਲਸ ਪੇਬਲ ਜਾਂ ਫਿਰ ਬੈਂਕ ਅਕਾਊਂਟ। ਕੰਸਾਈਨਰ ਅਕਾਊਂਟ ਡੈਬਿਟ ਕਿਉਂ ਹੋਏਗਾ, ਕਿਉਂਕਿ ਉਹ ਪਰਸਨਲ ਅਕਾਊਂਟ ਹੈ, ਡੈਬਿਟ ਦਾ ਰਿਸੀਵਰ ਹੋਏਗਾ, ਬੈਲੈਂਸ ਜਿੰਨਾ ਵੀ ਸੀਗਾ ਉਹ ਮਿਲਣਾ ਹੈ ਕੰਸਾਈਨਰ ਨੂੰ, ਠੀਕ ਹੈ। ਤੇ ਬਿਲਸ ਰਿਸੀਵੇਬਲ ਕਿਉਂ ਕ੍ਰੈਡਿਟ ਹੋਊਗੇ, ਕਿਉਂਕਿ ਪੈਸਾ ਦੇਣਾ ਹੈ, ਪੈਸਾ ਕੱਟ ਗਿਆ ਕੰਸਾਈਨੀ ਦੇ ਹੱਥੋਂ, ਕੈਸ਼ ਕੱਟ ਗਿਆ, ਇਸ ਕਰਕੇ ਕ੍ਰੈਡਿਟ ਵਟ ਗੋਜ਼ ਆਊਟ, ਜੋ ਪੈਸਾ ਜਾ ਰਿਹਾ ਬਾਹਰ, ਇਸ ਕਰਕੇ ਬਿਲਸ ਰਿਸੀਵੇਬਲ ਜਾਂ ਬੈਂਕ ਅਕਾਊਂਟ ਕ੍ਰੈਡਿਟ ਕੀਤੇ ਜਾਓਗੇ। ਸੋ ਇਹ ਸੀ ਲਾਸਟ ਸਲਾਈਡ ਔਰ ਲਾਸਟ ਸਾਡੀ ਜਰਨਲ ਐਂਟਰੀ ਇਨ ਦਾ ਬੁੱਕ ਆਫ ਕੰਸਾਈਨੀ। ਆਈ ਹੋਪ ਤੁਹਾਨੂੰ ਸਾਰੀਆਂ ਐਂਟਰੀਜ਼ ਸਮਝ ਆ ਗਈਆਂ ਹੋਣਗੀਆਂ, ਇੱਕ ਦੇ ਪਿੱਛੇ ਦਾ ਮੈਂ ਰੂਲ ਤੁਹਾਨੂੰ ਦੱਸ ਦਿੱਤਾ ਹੈ। ਆਈ ਨੋ ਕਿ ਥੋੜਾ ਜਿਹਾ ਮਿਕਸਅਪ ਹੋ ਸਕਦਾ ਹੈ, ਪਰ ਇੱਕ ਦੋ ਵਾਰ ਇਸ ਲੈਕਚਰ ਨੂੰ ਦੁਬਾਰਾ ਦੇਖੋਗੇ ਤਾਂ ਤੁਹਾਨੂੰ ਸਾਰਾ ਕਲੀਅਰ ਹੋ ਜਾਏਗਾ। ਸੋ ਇਹ ਸੀ ਜੀ ਅਸੀਂ ਆਪਣੀ ਕਲਾਸ। ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਏ। ਜੇ ਤੁਹਾਨੂੰ ਕਲਾਸ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਐਂਡ ਲਾਈਕ ਜ਼ਰੂਰ ਕਰਨਾ। ਇਹਦੇ ਨਾਲ ਨਾਲ ਮੇਰਾ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਲਓ ਫॉर ਰੈਗੂਲਰ ਅਪਡੇਟਸ, ਪਲੱਸ ਆਪਣਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਆ ਕਰੋ। ਮਿਲਾਂਗੇ ਨੈਕਸਟ ਕਲਾਸ ਦੇ ਵਿੱਚ ਨੈਕਸਟ ਟੌਪਿਕ ਦੇ ਨਾਲ। ਥੈਂਕ ਯੂ ਸੋ ਮਚ।